ਟਿਵਾਣਾ ਰੇਡੀ ਦੇ ਸਤਿਕਾਰਯੋਗ ਸਰੋਤਿਓ, ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਕਿਸੇ ਵਿਅਕਤੀ ਦੀ ਅਮੀਰੀ ਜਾਂ ਕਿਸੇ ਵਿਅਕਤੀ ਦੀ ਗਰੀਬੀ ਦੇ ਵਿੱਚ ਉਸ ਦੀ ਜਾਤ, ਉਸ ਦੇ ਧਰਮ ਦਾ ਵੀ ਰੋਲ ਹੁੰਦਾ ਹੈ। ਇਹ ਸਵਾਲ ਦਾ ਜਵਾਬ ਤਲਾਸ਼ਿਆ ਤੇ ਸਿੱਟਾ ਕੱਢਿਆ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕਨੋਮੀ ਦੀ ਰਿਪੋਰਟ ਨੇ, ਜੋ ਜੂਨ ਦੇ ਵਿੱਚ ਘਰ ਘਰ ਜਾ ਕੇ ਸਰਵੇ ਕੀਤਾ। ਇਸ ਰਿਪੋਰਟ ਦੇ ਵਿੱਚ ਇਹ ਸਿੱਟਾ ਕੱਢਿਆ ਗਿਆ ਕਿ ਨਾ ਸਿਰਫ ਜਾਤ ਜਾਂ ਧਰਮ, ਬਲਕਿ ਤੁਹਾਡਾ ਸ਼ਹਿਰੀ ਜਾਂ ਪਿੰਡੂ ਹੋਣਾ ਵੀ ਤੁਹਾਡੀ ਅਮੀਰੀ ਤੇ ਗਰੀਬੀ ਤੇ ਅਸਰ ਪਾਉਂਦਾ ਹੈ। ਜਿਵੇਂ ਉਹ ਕਹਿੰਦੇ ਆ ਨਾ ਕਿ ਸ਼ਹਿਰੀ ਵਸਣ ਦੇਵ ਤੇ ਪਿੰਡਾਂ ਦੇ ਵਿੱਚ ਭੂਤ, ਪਤਾ ਨਹੀਂ ਕੀ ਕਹਿੰਦੇ ਹੁੰਦੇ ਆ ਲੋਕੀ। ਇਸ ਤਰ੍ਹਾਂ ਦੇ ਲੋਕ ਤੱਥ ਨੇ। ਮੈਨੂੰ ਆਦਤ ਹੈ ਅਸਲ ਦੇ ਵਿੱਚ ਫੋਕਲੋਰ ਸਾਂਝਾ ਕਰਨ ਦੀ। ਕਈ ਵੀਰ ਮਾਈਂਡ ਕਰ ਜਾਂਦੇ ਨੇ, ਮਾਈਂਡ ਨਾ ਕਰਿਆ ਕਰੋ, ਕਿਉਂਕਿ ਜਿਵੇਂ ਉਹ ਵੀਰ ਨੇ ਰੇਸ਼ਮ ਥਾਂਦੀ ਸੁਰਿੰਦਰ ਜੀ, ਉਹ ਬੰਦਾ ਜਿਹਨੇ ਗਾਣੇ ਲਿਖਿਆ, ਇੱਕ ਪਹਿਲਾਂ ਇੱਕ ਹੋਰ ਵੀ ਸੀ ਮੰਗਾ ਬਾਸੀ ਜਾਂ ਕਿਹਨਾਂ ਨੇ ਲਿਖਿਆ ਸੀ ਕਿ ਵਿੱਚ ਵਿਦੇਸ਼ਾਂ ਆ ਕੇ ਬਦਲੋ ਕਾਰੋਬਾਰ, ਵਿੱਚ ਵਿਦੇਸ਼ਾਂ ਆ ਕੇ ਬਦਲੇ ਕਾਰੋਬਾਰ, ਜੱਟ ਤਖਾਣਾ ਕਰ ਰਿਹਾ ਤੇ ਧੋਬੀ ਜ਼ਿਮੀਂਦਾਰ। ਸੋ ਇੱਥੇ ਜਿਹੜਾ ਹੈਗਾ ਸਾਡੇ ਕਿੱਤਿਆਂ ਦੇ ਆਧਾਰ ਤੇ ਜਾਤਾਂ ਬਣ ਗਈਆਂ, ਜਿਹੜੀਆਂ ਕਿ ਧਰਮ ਮਜ਼ਹਬ ਦੇ ਨਾਲ ਨਹੀਂ ਬਲਕਿ ਤੁਹਾਡੀ ਆਰਥਿਕਤਾ, ਤੁਹਾਡੇ ਪੈਸੇ ਨਾਲ ਜੁੜ ਗਈਆਂ। ਹੁਣ ਸੁਨਿਆਰ ਭਾਈਚਾਰਾ ਅਮੀਰ ਲੋਕ ਨੇ, ਉਹ ਉਜ਼ਰ ਨਹੀਂ ਕਰਦੇ। ਜੱਟ ਨੇ, ਉਹ ਉਜ਼ਰ ਨਹੀਂ ਕਰਦੇ। ਜਿਹੜੇ ਦੂਸਰੇ ਭਾਈਚਾਰੇ ਨੇ ਕਈ ਵਾਰੀ ਆਪਣੀ ਜਾਤ ਵਿਸ਼ੇਸ਼ ਦਾ ਨਾਂ ਲੈਣ ਤੇ ਹਿਚਕਿਚਾਹਟ ਦੇ ਵਿੱਚ ਆਉਂਦੇ ਨੇ। ਹਾਲਾਂਕਿ ਕਈ ਲੋਕ ਨੇ, ਕਈਆਂ ਦੇ ਤਾਂ ਗੀਤ ਹੀ ਆ ਗਏ ਨੇ ਅਣਖੀ ਪੁੱਤ ਚਮਾਰਾਂ ਦੇ, ਹਾਲਾਂਕਿ ਉਹ ਖੁਦ ਇਸ ਭਾਈਚਾਰੇ ਚੋਂ, ਪਰ ਆਪਣੇ ਉਹ ਫਖਰ ਨਾਲ ਕਹਿੰਦੇ ਨੇ। ਖੈਰ ਆਪਾਂ ਇਸ ਪਾਸੇ ਨਾ ਆਈਏ। ਮਤਲਬ ਇਹ ਤੁਹਾਡੀ ਜਾਤ ਵਿਸ਼ੇਸ਼, ਧਰਮ ਵਰਗ ਵੀ ਤੁਹਾਡੀ ਅਮੀਰੀ ਤੇ ਗਰੀਬੀ 'ਚ ਅਸਰ ਪਾਉਂਦਾ ਹੈ। ਇਸ ਸੰਬੰਧੀ ਇਹ ਜਿਹੜੀ ਰਿਪੋਰਟ ਦੱਸਦੀ ਹੈ, ਬਿਜ਼ਨਸ ਸਟੈਂਡਰਡ ਦੀ ਰਿਪੋਰਟ ਹੈ, ਤੇ ਜਿਸ ਮੁਤਾਬਕ ਪਿੰਡ ਤੇ ਸ਼ਹਿਰ 'ਚ ਤੁਹਾਡੀ ਰਿਹਾਇਸ਼ ਵੀ ਤੁਹਾਡੀ ਅਮੀਰੀ ਤੇ ਗਰੀਬੀ ਤੇ ਅਸਰ ਪਾਉਂਦੀ ਹੈ। ਸਰਵੇ ਦੇ ਵਿੱਚ 10.72% ਪਰਿਵਾਰਾਂ ਨੇ ਦੱਸਿਆ ਕਿ ਪਿਛਲੇ 1 ਸਾਲ ਦੇ ਵਿੱਚ ਆਰਥਿਕ ਰੂਪ ਦੇ ਵਿੱਚ ਮਜ਼ਬੂਤ ਹੋਣ ਦੀ ਉਹਨਾਂ ਨੇ ਗੱਲ ਕਬੂਲੀ ਹੈ। ਲੇਕਿਨ ਅੰਕੜਿਆਂ ਦੇ ਵਿੱਚ ਜਾਤੀ ਜਾਂ ਧਰਮ ਦੇ ਹਿਸਾਬ ਨਾਲ ਦੇਖਿਆ ਗਿਆ ਤਾਂ ਇਹ ਗੱਲ ਗੌਰ ਕਰਨ ਦੇ ਲਾਇਕ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਇੰਟਰਕਾਸਟ ਮੈਰਿਜ ਕੀਤੀ ਹੈ, ਜਾਣੀ ਅੰਤਰਜਾਤੀ ਵਿਆਹ ਕਰਾਇਆ, ਕਿ ਜੱਟਾਂ ਦੇ ਮੁੰਡੇ ਨੇ ਕਿਸੇ ਹੋਰ ਨਾਲ ਕਰਾ ਲਿਆ, ਕਿਸੇ ਹੋਰ ਨੇ ਕਿਸੇ ਹੋਰ ਨਾਲ ਕਰਾ ਲਿਆ, ਅੰਤਰਜਾਤੀ ਵਿਆਹ ਕਰਾਉਣ ਵਾਲੇ 20% ਪਰਿਵਾਰ ਨੇ ਤਰੱਕੀ ਕੀਤੀ ਹੈ, ਔਸਤਨ ਆਮ ਪਰਿਵਾਰਾਂ ਦੇ ਮੁਕਾਬਲੇ ਦੁੱਗਣਾ। ਇਹਦਾ ਕੀ ਕਾਰਨ ਹੈ? ਖੈਰ ਮੈਨੂੰ ਜੋ ਲੱਗਦਾ ਸੁਰਿੰਦਰ ਜੀ ਕਿ ਜਦੋਂ ਅੰਤਰਜਾਤੀ ਵਿਆਹ ਕਰਾਉਂਦੇ ਨੇ ਤੇ ਬੰਦਾ ਆਪਣੀ ਸੋਚ ਸਮਝ ਮੁਤਾਬਕ, ਮੁੰਡਾ ਤੇ ਕੁੜੀ ਇੱਕ ਥਾਂ ਜੌਬ ਕਰਦੇ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਇੰਟਰਕਾਸਟ ਮੈਰਿਜ ਹੋ ਜਾਂਦੀ ਹੈ। ਹੁਣ ਜਦੋਂ ਦੋਏ ਜੀ ਕਮਾਉਂਦੇ ਨੇ ਤੇ ਫਿਰ ਉਹਨਾਂ ਦਾ ਅਮੀਰ ਹੋਣਾ ਕੁਦਰਤੀ ਹੈ, ਤੇ ਜਾਂ ਫਿਰ ਇਹ ਹੈ ਕਿ ਜਿੱਥੇ ਦਿਲ ਲੱਗ ਗਿਆ, ਜਦੋਂ ਤੁਹਾਨੂੰ ਆਪਣਾ ਮਹਿਬੂਬ ਮਿਲ ਗਿਆ, ਕੁੱਲੀ ਯਾਰ ਦੀ ਸੁਰਗ ਦਾ ਝੂਟਾ ਅੱਗ ਲਾਵਾਂ ਮਹਿਲਾਂ ਨੂੰ, ਉਹਨਾਂ ਦੀ ਜ਼ਿੰਦਗੀ ਬਹੁਤ ਖੁਸ਼ਨੁਮਾ ਹੋ ਜਾਂਦੀ ਹੈ। ਉਹ ਤਰੱਕੀ ਕਰਦੇ ਨੇ, ਉਹ ਅੱਛੀ ਮਿਹਨਤ ਕਰਦੇ ਨੇ ਜਦੋਂ ਹਸਬੈਂਡ ਵਾਈਫ ਬਣ ਜਾਂਦੇ ਨੇ ਇੰਟਰਕਾਸਟ, ਤੇ ਉਹਨਾਂ ਦੀ ਤਰੱਕੀ ਹੋ ਜਾਂਦੀ ਹੈ। ਜੋ ਮੈਨੂੰ ਇਹ ਸਮਝ ਆਇਆ, ਤੁਸੀਂ ਬਾਅਦ ਚ ਸੰਖੇਪ 'ਚ ਪੁਆਇੰਟ ਮੇਰਾ ਨੋਟ ਕਰ ਲਓ, ਇਹਦੇ ਦੱਸਿਓ ਵੀ ਇੰਟਰਕਾਸਟ ਮੈਰਿਜ ਕਰਾਉਣ ਵਾਲੇ ਲੋਕ ਅਮੀਰ ਹੋ ਜਾਂਦੇ। ਹਾਲਾਂਕਿ ਸਰਕਾਰਾਂ ਜਿਹੜੇ ਪੈਸੇ ਦਿੰਦੀਆਂ ਨੇ ਉਹ ਵੀ ਨਹੀਂ ਦਿੰਦੀਆਂ ਬਾਹਲਾ, ਕਿਉਂਕਿ ਕੁਛ ਇਹਨਾਂ ਨੂੰ ਬੈਨੀਫਿਟ ਵੀ ਮਿਲਦਾ ਇੰਟਰਕਾਸਟ ਨੂੰ। ਤੇ ਇਸ ਦੌਰਾਨ ਜਿਹੜਾ ਇਸ ਵਰਗ ਦੇ ਵਿੱਚ 13.78% ਜਿਹੜੇ ਉੱਚ ਵਰਗ ਨੇ, ਸਵਰਨ ਦੀ ਜਿਹੜੀ ਆਮਦਨ ਵਧੀ ਹੈ। ਐਸਸੀ ਵਰਗ ਦੇ ਵਿੱਚ ਸਿਰਫ ਅਜਿਹੇ 2% ਨੇ। ਜੂਨ 2022 ਦੇ ਮੁਕਾਬਲੇ ਜੂਨ 2023 ਦੇ ਵਿੱਚ ਐਸਟੀ ਵਰਗ ਹੈ, ਜਿਹੜਾ ਅਨੁਸੂਚਿਤ ਜਨਜਾਤੀ ਦੇ ਵਰਗ ਨੇ, ਸਭ ਤੋਂ ਤੇਜ਼ ਤਰੱਕੀ ਕੀਤੀ ਹੈ। 2022 ਦੇ ਵਿੱਚ ਐਸਟੀ ਵਰਗ ਨੇ ਤੇਜ਼ ਤਰੱਕੀ ਕੀਤੀ ਹੈ। ਖਾਸ ਗੱਲ ਇਹ ਹੈ ਕਿ ਆਰਥਿਕ ਤਰੱਕੀ ਪਾਉਣ ਵਾਲੇ ਇਸ ਵਰਗ ਦੇ ਪਰਿਵਾਰ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਇੱਕ ਬਰਾਬਰ ਨੇ, ਜਦੋਂ ਕਿ ਦੂਸਰੀਆਂ ਜਾਤਾਂ ਦੇ ਪਰਿਵਾਰਾਂ ਦੇ ਵਿੱਚ ਵੱਡਾ ਅੰਤਰ ਹੈ। ਯਾਨੀ ਐਸਸੀ ਐਸਟੀ ਵਰਗ ਦੇ ਲੋਕਾਂ ਨੇ 2022-23 ਦੇ ਵਿੱਚ ਜ਼ਿਆਦਾ ਤਰੱਕੀ ਕੀਤੀ ਹੈ, ਭਾਵੇਂ ਉਹ ਪਿੰਡਾਂ 'ਚ ਨੇ ਭਾਵੇਂ ਉਹ ਸ਼ਹਿਰਾਂ 'ਚ ਨੇ। ਜਿਹੜੇ ਆਮ ਵਰਗ ਦੇ ਲੋਕ ਨੇ ਉਹਨਾਂ ਨੇ 13.78% ਪਰਿਵਾਰ ਮੰਨਦੇ ਨੇ ਕਿ ਪਿਛਲੇ 1 ਸਾਲ ਦੇ ਵਿੱਚ ਉਹਨਾਂ ਦੀ ਆਮਦਨ ਵਧੀ ਹੈ। ਯਾਨੀ ਇਹਦੇ ਨਾਲੋਂ ਅਨੁਸੂਚਿਤ ਜਨਜਾਤੀ ਦੇ ਜਿਹੜੇ ਲੋਕ ਨੇ ਉਹਨਾਂ ਦੀ ਆਮਦਨ 20% ਦੀ ਵਧੀ ਹੈ ਤੇ ਆਮ ਵਰਗ ਦੀ 16% ਦੀ ਵਧੀ ਹੈ। ਅੰਤਰਜਾਤੀ ਵਿਆਹ ਕਰਾਉਣ ਵਾਲਿਆਂ ਦੀ 20% ਲੋਕਾਂ ਦੀ ਉਹਨਾਂ ਨੇ ਦੱਸਿਆ ਕਿ ਸਾਡੀ 20% ਪਰਿਵਾਰਾਂ ਨੇ ਤਰੱਕੀ ਕੀਤੀ ਹੈ ਇੰਟਰਕਾਸਟ ਵਾਲਿਆਂ ਨੇ। ਐਸਟੀ ਵਾਲਿਆਂ ਨੇ 16.3, ਆਮ ਵਰਗ ਦੇ ਲੋਕਾਂ ਨੇ 13.8, ਓਬੀਸੀ ਨੇ ਜਿਹੜੇ ਬੈਕਵਰਡ ਕਾਸਟ ਉਹਨਾਂ ਨੇ 10.9 ਤੇ ਐਸਸੀ ਵਰਗ ਨੇ 2% ਤੇ ਔਸਤਨ 10.2%। ਧਰਮ ਤੇ ਜਾਤ ਦਾ ਕੀ ਰੋਲ ਹੈ? 40% ਜਿਹੜੇ ਜੈਨ ਨੇ ਉਹਨਾਂ ਦਾ ਕਹਿਣਾ ਕਿ 1 ਸਾਲ ਦੇ ਵਿੱਚ ਉਹਨਾਂ ਦੀ ਆਮਦਨ ਵਧੀ ਹੈ, ਤੇ ਅਜਿਹੇ ਹਿੰਦੂ 11% ਨੇ ਜਿਨ੍ਹਾਂ ਦੀ ਆਮਦਨ ਵਧੀ ਹੈ। ਸੋ
CMIA ਦੇ ਸਰਵੇ ਦੇ ਮੁਤਾਬਕ ਜੈਨ ਧਰਮ ਨਾਲ ਜੁੜੇ 39.9% ਪਰਿਵਾਰਾਂ ਨੇ ਮੰਨਿਆ ਕਿ ਪਿਛਲੇ 1 ਸਾਲ ਦੇ ਮੁਕਾਬਲੇ ਉਹਨਾਂ ਦੀ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਹੋਇਆ। ਹੈਰਾਨੀ ਵਾਲੀ ਗੱਲ ਹੈ ਕਿ ਇਹ ਆਰਥਿਕ ਤਰੱਕੀ ਦਾ ਗੱਲ ਕਬੂਲਣ ਵਾਲੇ ਹਿੰਦੂ ਸਿਰਫ 1% ਜਿਹੜੇ ਨੇ, ਸਿੱਖ 1% ਨੇ ਜਿਨ੍ਹਾਂ ਨੇ ਮੰਨਿਆ ਕਿ ਸਾਡੀ ਤਰੱਕੀ ਹੋਈ ਹੈ। ਹਾਲਾਂਕਿ ਹਿੰਦੂ ਅਤੇ ਮੁਸਲਿਮ ਪਰਿਵਾਰਾਂ ਦੀ ਆਰਥਿਕ ਤਰੱਕੀ ਦੇ ਵਿੱਚ ਕੋਈ ਖਾਸ ਅੰਤਰ ਨਹੀਂ ਹੈ। ਸੋ ਤਰੱਕੀ ਪਾਉਣ ਵਾਲੇ ਈਸਾਈਆਂ ਦਾ ਔਸਤਨ ਜੈਨੀਆਂ ਦੇ ਨਾਲੋਂ ਵੀ ਅੱਛਾ, ਜਾਣੀ ਜਿਹੜੇ ਈਸਾਈ ਲੋਕ ਨੇ ਉਹਨਾਂ ਨੇ ਜ਼ਿਆਦਾ ਤਰੱਕੀ ਕੀਤੀ ਹੈ। ਇਸ ਮਾਮਲੇ 'ਚ ਜੇ ਤੁਸੀਂ ਜਾਤ ਵਰਗ ਦੇ ਆਧਾਰ ਤੇ ਦੇਖਿਆ ਜਾਵੇ ਕਿ ਪਿਛਲੇ 1 ਸਾਲ 'ਚ ਜਿਨ੍ਹਾਂ ਪਰਿਵਾਰਾਂ ਨੇ ਮੰਨਿਆ ਕਿ ਸਾਡੀ ਆਮਦਨ ਵਧੀ ਹੈ, ਉਹਨਾਂ 'ਚ ਜੈਨ ਧਰਮ ਦੇ 39.9% ਦੇ ਨੇ, ਜਾਣੀ ਕਿ 40% ਦੇ ਕਰੀਬ ਲੋਕ ਜੈਨੀ ਨੇ ਜਿਹੜੇ ਮੰਨਦੇ ਨੇ ਕਿ ਅਸੀਂ ਤਰੱਕੀ ਕੀਤੀ ਹੈ। ਈਸਾਈ 13.6% ਨੇ। ਹਿੰਦੂ ਜਿਹਨੂੰ ਇਹ ਵਹਿਮ ਪਾਇਆ ਕਿ ਸਾਡਾ ਹਿੰਦੂ ਰਾਸ਼ਟਰ ਹੈ ਉਹ 11% ਨੇ। ਜਾਂ ਤਾਂ ਕੋਈ ਇਹ ਇਹਨਾਂ ਅੰਕੜਿਆਂ 'ਚ ਹੇਰਫੇਰ ਹੈ ਜਾਂ ਬਾਕੀ ਜੈਨੀਆਂ ਜਾਂ ਈਸਾਈਆਂ ਨੇ ਤਰੱਕੀ ਕੀਤੀ ਹੈ, ਤੁਸੀਂ ਦੱਸ ਦਿਓ। ਹਿੰਦੂ 11% ਨੇ ਜਿਹੜੇ ਮੰਨਦੇ ਨੇ ਅਸੀਂ ਤਰੱਕੀ ਕੀਤੀ ਹੈ। ਬੋਧੀ 10% ਨੇ ਜਿਹੜੇ ਮੰਨਦੇ ਨੇ ਅਸੀਂ ਤਰੱਕੀ ਕੀਤੀ ਹੈ। ਮੁਸਲਿਮ 8.5% ਨੇ ਜਿਹੜੇ ਮੰਨਦੇ ਨੇ ਅਸੀਂ ਤਰੱਕੀ ਕੀਤੀ ਹੈ। ਤੇ ਸਿੱਖ ਵਿਚਾਰੇ ਮਾਤੜ ਨੇ 1% ਨੇ ਜਿਹੜੇ ਮੰਨਦੇ ਨੇ ਅਸੀਂ ਤਰੱਕੀ ਕੀਤੀ ਹੈ। ਜਾਤ ਆਧਾਰਿਤ ਜਿਹੜਾ ਇਹ ਸਰਵੇ ਆਇਆ। ਕਾਰਨ ਇਹਨਾਂ ਨੇ ਸਪਸ਼ਟ ਨਹੀਂ ਕੀਤੇ ਕਿ ਤਰੱਕੀ ਦਾ ਕਾਰਨ ਕੀ ਹੈ, ਇਹ ਤੁਸੀਂ ਦੱਸਣਾ। ਸੋ ਸ਼ਹਿਰਾਂ ਦੇ ਵਿੱਚ 18% ਲੋਕਾਂ ਨੇ ਆਖਿਆ ਕਿ ਉਹਨਾਂ ਦੀ ਆਰਥਿਕ ਤਰੱਕੀ ਹੋਈ ਹੈ, ਜਦੋਂ ਕਿ ਪੇਂਡੂਆਂ ਨੇ 7% ਨੇ ਦੱਸਿਆ ਕਿ ਉਹਨਾਂ ਦੀ ਆਰਥਿਕ ਤਰੱਕੀ ਹੋਈ ਹੈ। ਕਰੋਨਾ ਕਾਲ ਦਾ ਸਭ ਤੋਂ ਜ਼ਿਆਦਾ ਨੁਕਸਾਨ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੋਇਆ। ਠੀਕ ਉਸੇ ਤਰ੍ਹਾਂ ਰਿਕਵਰੀ ਦੇ ਵਿੱਚ ਵੀ ਸ਼ਹਿਰ ਤੇਜ਼ ਨੇ, ਅੱਗੇ ਨੇ। ਸ਼ਹਿਰਾਂ ਦੇ ਵਿੱਚ ਰਹਿਣ ਵਾਲੇ 18.23% ਪਰਿਵਾਰਾਂ ਨੇ ਮੰਨਿਆ ਕਿ ਪਿਛਲੇ 1 ਸਾਲ ਦੇ ਵਿੱਚ ਉਹਨਾਂ ਨੇ ਆਰਥਿਕ ਤਰੱਕੀ ਦੇ ਵਿੱਚ ਉਹਨਾਂ ਦੇ ਸੁਧਾਰ ਆਇਆ, ਜਾਣੀ 18.23% ਸ਼ਹਿਰੀ ਮੰਨਦੇ ਨੇ ਕਿ ਅਸੀਂ ਤਰੱਕੀ ਕੀਤੀ ਹੈ, ਜਦੋਂ ਕਿ ਪਿੰਡਾਂ ਦੇ ਵਿੱਚ ਅਜਿਹੇ 7% ਨੇ ਜਿਹੜੇ ਮੰਨਦੇ ਨੇ ਅਸੀਂ ਤਰੱਕੀ ਕੀਤੀ ਹੈ। ਇਹ ਗੱਲ ਇਸ ਲਈ ਅਹਿਮ ਹੈ ਕਿਉਂਕਿ 65% ਆਬਾਦੀ ਪੇਂਡੂ ਹੈ। ਜੀ ਸੁਰਿੰਦਰ ਜੀ, ਬੜੀ ਕਮਾਲ ਦੀ ਇਹ ਰਿਪੋਰਟ ਹੈ ਜਿਹੜੀ ਜਾਤ ਅਤੇ ਧਰਮ ਦੇ ਆਧਾਰ ਤੇ ਤਰੱਕੀ ਦੀ ਗੱਲ ਕਰਦੀ ਹੈ, ਪਿੰਡਾਂ ਅਤੇ ਸ਼ਹਿਰਾਂ ਦੀ ਤਰੱਕੀ ਦੀ ਗੱਲ ਕਰਦੀ ਹੈ ਕਿ 18% ਸ਼ਹਿਰੀ ਤਰੱਕੀ ਕਰ ਗਏ ਨੇ ਤੇ ਪਿੰਡੂ ਸਿਰਫ 7% ਨੇ। ਧਰਮਾਂ ਦੇ ਵਿੱਚੋਂ ਜੈਨ 40%, ਈਸਾਈ 13% ਤੇ ਹਿੰਦੂ 11% ਤੇ ਬੁੱਧ 10% ਤੇ ਮੁਸਲਿਮ 8% ਤੇ ਸਿੱਖ 1% ਨੇ ਜਿਹੜੇ ਕਹਿੰਦੇ ਅਸੀਂ ਤਰੱਕੀ ਕੀਤੀ ਹੈ। ਇਸੇ ਤਰ੍ਹਾਂ ਜੇ ਵਰਗ ਦੇਖਿਆ ਜਾਵੇ ਤਾਂ ਜਿਹੜੇ ਅੰਤਰਜਾਤੀ ਵਿਆਹ ਕਰਾਉਣ ਵਾਲੇ ਲੋਕ ਨੇ ਉਹ 20% ਨੇ ਜਿਹੜੇ ਮੰਨਦੇ ਨੇ ਕਿ ਅਸੀਂ ਤਰੱਕੀ ਕਰ ਗਏ ਹਾਂ। ST ਜਿਹੜੇ ਨੇ ਟ੍ਰਾਈਬਸ ਉਹ 16% ਨੇ ਤੇ ਆਮ ਜਿਹੜੇ ਜਰਨਲ ਕੈਟਾਗਰੀ ਹੈ ਉਹ ਸਿਰਫ 13% ਵਰਗ ਨੇ ਜਿਹੜੇ ਕਹਿੰਦੇ ਅਸੀਂ ਤਰੱਕੀ ਕੀਤੀ ਹੈ। OBC ਵਾਲੇ 10% ਤੇ SC ਵਾਲੇ 2% ਇਹ ਮੰਨਦੇ ਨੇ ਕਿ ਅਸੀਂ ਤਰੱਕੀ ਕੀਤੀ ਹੈ, ਪਰ ਇੰਟਰਕਾਸਟ ਵਾਲੇ ਬਿਹਤਰ ਰਹੇ ਨੇ ਤੇ ਜੈਨੀ, ਬੋਧੀ ਤੇ ਈਸਾਈ ਬਿਹਤਰ ਰਹੇ ਨੇ। ਜੀ ਸੁਰਿੰਦਰ ਵੀਰ। ਪਰਮਿੰਦਰ, ਗੱਲ ਇਹ ਨਹੀਂ ਕਿ ਸ਼ਹਿਰ ਵਾਲੇ ਨੇ ਪਿੰਡ 'ਚ ਵਿਆਹ ਕਰਾਇਆ, ਗੱਲ ਇਹ ਨਹੀਂ ਕਿ ਇੱਕ ਧਰਮ ਨੇ ਦੂਜੇ ਧਰਮ 'ਚ ਵਿਆਹ ਕਰਵਾਇਆ, ਇਹ ਨਹੀਂ ਹੈ ਕਿ ਅਪਰ ਕਾਸਟ ਨੇ ਲੋਅਰ ਕਾਸਟ 'ਚ ਵਿਆਹ ਕਰਵਾਇਆ। ਹੁਣ ਤਾਂ ਕਾਸਟ ਦੇ ਅੰਦਰ ਹੀ ਸਬ ਕਾਸਟ 'ਚ ਵੀ ਵਿਆਹ ਹੋ ਰਹੇ ਨੇ। ਹੁਣ ਪਰਮਿੰਦਰ, ਸਭ ਤੋਂ ਵੱਡੀ ਗੱਲ ਕੀ ਆ, ਇੱਕ ਚੀਜ਼ ਜਿਹੜੀ ਦੇਖਣ ਵਾਲੀ ਆ ਉਹ ਇਹ ਆ, ਜਿੱਥੇ ਘਰਦਿਆਂ ਨੇ ਰਿਸ਼ਤਾ ਕੀਤਾ, ਜੋ ਘਰਦਿਆਂ ਨੂੰ ਸਹੀ ਜਾਪਿਆ, ਜੋ ਮਾਂ-ਬਾਪ ਨੇ ਕੀਤਾ, ਬੱਚਿਆਂ ਨੇ ਹਾਮੀ ਭਰ ਦਿੱਤੀ, ਪਰਮਿੰਦਰ ਉੱਥੇ ਕਈ ਵਾਰ ਮਜਬੂਰੀ ਵਸ ਆਪਸ 'ਚ ਇਕੱਠੇ ਚੱਲੇ ਆ, ਬੇਸਿਕਲੀ ਸੁਰ ਨਹੀਂ ਮਿਲੀ ਤੇ ਕੰਮਕਾਜ ਸਹੀ ਨਹੀਂ ਚੱਲਿਆ। ਕਿਉਂਕਿ ਜੋ ਤੁਹਾਡੀ ਸੁਰ ਨਹੀਂ ਮਿਲੀ, ਘਰ ਦਾ ਮਾਹੌਲ ਸਹੀ ਨਹੀਂ ਤੇ ਤੁਹਾਡੀ ਸੁਰ ਨਹੀਂ ਮਿਲਦੀ ਤੇ ਕੰਮਕਾਜ ਵੀ ਸਹੀ ਨਹੀਂ ਹੈ, ਕਿਉਂਕਿ ਖਿੱਚੋਤਾਣ ਰਹਿ ਗਈ। ਪਰਮਿੰਦਰ, ਕਈ ਅਜਿਹੇ ਥਾਵਾਂ ਦੇਖੀਆਂ ਨੇ ਮੈਂ ਜਿੱਥੇ ਇਹ ਨਹੀਂ ਹੈ ਕੋਈ ਇੰਟਰਕਾਸਟ ਮੈਰਿਜ ਆ, ਕਾਸਟ ਦੇ ਅੰਦਰ ਵੀ ਮੈਰਿਜ ਆ, ਪਰ ਇਹ ਆ ਕਿ ਦੋਨਾਂ ਨੇ ਆਪਸ 'ਚ ਮਿਲ ਕੇ ਵਿਆਹ ਕਰਵਾਇਆ ਤੇ ਪਰਿਵਾਰ ਨੇ ਬਾਅਦ 'ਚ ਸਹਿਮਤੀ ਦੇ ਦਿੱਤੀ। ਉੱਥੇ ਦੋਹਾਂ ਦੀ ਮਜਬੂਰੀ ਹੋ ਗਈ ਕਿ ਦੇਖੋ, ਹੁਣ ਉੱਥੇ ਲੜਕੀ ਦੀ ਵੀ ਮਜਬੂਰੀ ਹੋ ਗਈ ਕਿ ਹੁਣ ਮੈਂ ਪੇਕਿਆਂ ਨੂੰ ਵੀ ਕੱਲ ਨੂੰ ਦੋਸ਼ ਨਹੀਂ ਦੇ ਸਕਦੀ, ਮੁੰਡੇ ਦੀ ਵੀ ਇਹ ਹੈ ਕਿ ਮੈਂ ਮਾਂ-ਬਾਪ ਨੂੰ ਦੋਸ਼ ਨਹੀਂ ਦੇ ਸਕਦਾ। ਅਗਲਿਆਂ ਨੂੰ ਇਹ ਆ ਕਿ ਤੁਸੀਂ ਆਪਣੀ ਮਰਜ਼ੀ ਨਾਲ ਕਰਵਾਇਆ, ਅਸੀਂ ਤਾਂ ਸਹਿਮਤੀ ਦਿੱਤੀ ਹੈ। ਤੇ ਪਰਮਿੰਦਰ, ਦੋਨੋਂ ਜਿਹੜੇ ਆ ਉਹਨਾਂ ਨੇ ਰੱਜ ਕੇ ਮਿਹਨਤ ਕੀਤੀ ਤੇ ਉਹ ਕਾਮਯਾਬ ਹੋਣ ਦਾ ਇੱਕ ਅਸਲੀ ਕਾਰਨ ਉਹ ਵੀ ਆ ਕਿਉਂਕਿ ਉਹਨਾਂ ਨੂੰ ਦੇਖ ਗਿਆ
कि हुण बहानेबाजी नहीं चलनी, बहाने वाली कोई थां बची हुई नहीं। सो परमिंदर जो बहाने वाली थां नहीं बचती उदों कामयाबी दे राह ज्यादा खुलदे, ते जदों तुहाडी आपस च सुर ना मिले उत्थे किते ना किते नुकसान जिहड़ा हुंदा। बेसिकली कामयाबी जिहड़ी वो इस करके है कि जिथे दोवां धिरां दी आपस च सुर मिल गई, कोई खिच्चो ताण नहीं, कोई कुछ नहीं है, ते तुहानूं दोनां नूं पता लग गया कि असीं जी अपना कमावांगे ते खावांगे ते कुदरती ओहदे च कामयाबी जिहड़ी वो मिलदी। बिल्कुल बिल्कुल। अपना औजला साहब स्वागत है तुहाडा। सिकंदर जी सत श्री अकाल टवाणा बाई जी ते सरकार ਸਰੋਤਿਆਂ ਨੂੰ। ਪਿੰਡਾਂ 'ਚ 10-12-15% ਤਾਂ ਅਜੇ ਉਹ ਤਰੱਕੀ ਨਾ ਕਰਨ ਵਾਲਿਆਂ ਦੇ ਵਿੱਚ ਪੈਰਾਂ ਭੰਨੇ ਵਾਲੇ ਨੇ ਜੀ। 12-14% ਜਿਹੜੇ ਵਾਚ ਕਰਦੇ ਆ ਵੀ ਕਿਹੜਾ ਚਲਿਆ ਗਿਆ ਕਿਹੜਾ ਆ ਗਿਆ ਪਿੰਡੋਂ, ਉਹ ਨੇ ਜੀ। ਬਾਕੀ ਜਿਨ੍ਹਾਂ ਨੂੰ ਬਾਕੀਆਂ ਦਾ ਫਿਕਰ ਆ ਉਹ ਨੇ। ਕੁਝ ਚਿੱਟ ਕੱਪੜੀਏ ਲਾ ਲਓ, ਫਿਰ ਤਰੱਕੀ ਇੰਨੀ ਕੁ ਹੋਣੀ ਸੀ ਪਿੰਡਾਂ 'ਚ। ਤੇ ਉਹ ਜਿਹੜੇ ਤੁਸੀਂ ਉਹ ਗੱਲ ਕਰਦੇ ਸੀ ਨਾ ਬੱਚਿਆਂ ਦੀ, ਮੈਂ ਪਿਛਲੇ ਵੀ ਵੀਕ 2 ਬੱਚੇ ਆਪਣੇ ਮੁੰਡੇ ਨਵੇਂ ਹੀ ਆਏ ਪੂਰੇ ਹੋ ਗਏ। ਕੱਲੇ ਬਰਨਾਲੇ ਦਾ ਮੁੰਡਾ ਕੱਲਾ ਹੀ ਸੀਗਾ, 45 ਲੱਖ ਲਾ ਕੇ ਉਹਦੇ ਮਾਪਿਆਂ ਨੇ ਭੇਜਿਆ ਸੀ, ਉਹਦੀ ਵੀ ਡੈਥ ਹੋ ਗਈ। 17 ਸਾਲ ਦਾ ਸੀਗਾ ਉਹ। ਮੈਂ ਕਈ ਸੋਚਿਆ ਰਵਾਣਾ ਸਾਹਿਬ ਜਿਹੇ ਜਿਹੇ ਵੀ ਆਪਾਂ ਮਰਜੀ ਆ, ਪਰ ਆਪਣੇ ਘਰਾਂ ਦੇ ਵਿੱਚ ਨਾ ਟੋਟਲ ਸਾਫ਼ ਸਫਾਈ ਆਪਾਂ ਬਹੁਤ ਰੱਖਦੇ। ਜਿਹੜੇ ਇੱਥੇ ਬੱਚੇ ਆਉਂਦੇ ਆ ਉਹਨਾਂ ਦੇ ਸਫਾਈ ਆ ਨਾ ਜਿਹੜੀ, ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ। ਇੱਕ ਉਹਨਾਂ ਨੂੰ ਆਦਤ ਨਹੀਂ ਪਈ ਹੁੰਦੀ। ਉਹ ਜਿਹੜਾ ਕੋਈ ਨਵਾਂ ਮੁੰਡਾ ਆਉਂਦਾ ਪਹਿਲੇ ਤਾਂ ਵਿਚਾਰੇ ਯੂਜ਼ ਟੂ ਹੋ ਜਾਂਦੇ ਨੇ। ਜਿਹੜਾ ਕੋਈ ਨਵਾਂ ਆਉਂਦਾ ਉਹਦੇ ਅੰਦਰ ਕੋਈ ਹੋਰ ਪਿਕਚਰ ਵਸੀ ਹੁੰਦੀ ਹੈ, ਹੋਰ ਤਰ੍ਹਾਂ ਦਾ ਹੁੰਦਾ ਵੀ ਕੈਨੇਡਾ ਕਹੇ ਜਾ ਨਾ। ਉਹ ਜਦ ਆ ਕੇ ਦੇਖਦਾ ਵੀ ਇੱਕ ਬੇਸਮੈਂਟ 'ਚ 1 ਬੈਡਰੂਮ 'ਚ 4 ਪੌੜੀਆਂ ਥੱਲੇ ਉਤਰ ਕੇ ਆਹ ਕੌਣ ਬੈਠੇ ਨੇ, ਕਿਵੇਂ ਨੇ, ਉਹ ਸੀ ਉਹ ਪਹਿਲੇ ਵਾਲਿਆਂ 'ਚ ਆਦਤ ਪਈ। ਇੱਕ ਉਹਨੂੰ ਹੌਕਾ ਜਿਹਾ ਵੀ ਲੱਗਦਾ ਚੇਂਜਿੰਗ ਦੇ ਵਿੱਚ, ਘਬਰਾਹਟ ਲਾ ਲਓ ਜੋ ਮਰਜ਼ੀ ਲਾ ਲਓ, ਹਨਾ। ਇਹ ਬੜਾ ਤਰਾਸਦੀ ਹੈ ਟਵਾਣਾ ਸਾਹਿਬ। ਇਹ ਮੈਂ ਇੱਕ ਕਵਿਤਾ ਲਿਖੀ ਹੈ ਜੀ, ਮੈਂ ਬੜਾ ਮਤਲਬ ਮੈਂ ਵੀ ਮਯੂਸ ਹੋਇਆ ਸੀ। ਇਹ ਵੀ ਮਤਲਬ ਮਾਂ ਪਿਓ ਲਈ ਬਹੁਤ ਹਾਰਡ ਹੈ, ਵਿਚਾਰੇ ਕਿੰਨੇ ਚਾਵਾਂ ਨਾਲ ਭੇਜਦੇ ਹਨ ਤੇ ਪਹੁੰਚਣ ਦੇ ਹਾਰੇ ਖਬਰ ਇਹੋ ਜਿਹੀ ਮਿਲ ਜਾਂਦੀ ਹੈ। ਚਲੋ ਮੈਂ ਤੁਹਾਨੂੰ ਸੁਣਾ ਦਿੰਦਾ। ਮਾਂ ਦਾ ਇੱਕ ਦਰਦ ਹੈ। ਉਹ ਕਹਿੰਦੀ ਮੈਂ ਕਿੰਨੀ ਖੁਸ਼ ਹੋਈ ਸੀ ਤੂੰ ਚੰਦਰੀ ਆਈਲੈਟਸ ਜਦ ਕੀਤੀ ਸੀ, ਤੇਰੇ ਬਾਹਰ ਜਾਣ ਦੀ ਖੁਸ਼ੀ ਵਿੱਚ ਰਲ ਇਕੱਠਿਆਂ ਪਾਰਟੀ ਕੀਤੀ ਸੀ, ਤੇਰਾ ਏਅਰਪੋਰਟ ਤੋਂ ਜਹਾਜ਼ ਚੰਦਰਾ ਖੌਰੇ ਕਿਹੜੇ ਬੱਦਲੀ ਵੜ ਗਿਆ ਵੀ, ਮੈਂ ਕਿਹਾ ਸੁਪਨਾ ਪਾਲਿਆ ਪੁੱਤ ਤੇਰਾ ਪਿੰਡ ਮੁੜਨਾ ਸੁਪਨਾ ਬਣ ਗਿਆ। ਮੈਂ ਬਾਲ ਕੇ ਚੁੱਲ੍ਹੇ ਸੁਪਨੇ ਦੀ ਅੱਗ ਰਹਿ ਗਈ ਸੇਕ ਦੀ ਪੁੱਤਰਾ ਵੇ, ਕੀ ਪਤਾ ਸੀ ਤੇਰਾ ਹਾਸੇ ਦਾ ਨਾ ਮੁੱਖ ਕਦੇ ਵੀ ਤੱਕਣਾ ਵੇ। ਇੱਕ ਸੁਪਨਾ ਸੀ ਪੁੱਤ ਮੇਰੇ ਆਵੇ, ਬਸ ਸੁਪਨੇ ਛਣਨੀ ਕਰ ਗਿਆ ਵੇ, ਮੈਂ ਕਿਹਾ ਸੁਪਨਾ ਪਾਲਿਆ ਸੀ ਤੇਰਾ ਪਿੰਡ ਸੁਪਨਾ ਮੁੜਨਾ ਸੁਪਨਾ ਬਣ ਗਿਆ ਵੇ। ਇਹ ਮਾੜਾ ਦੇਸ਼ ਦਾ ਸਿਸਟਮ, ਦੂਜਾ ਉੱਤੋਂ ਝੁੰਡਾ ਬੇਰੁਜ਼ਗਾਰਾਂ ਦੇ, ਕਿਵੇਂ ਜਿਗਰ ਦੇ ਟੋਟੇ ਦੂਰ ਹੁੰਦੇ ਕੰਨੀ ਜੂ ਨਾ ਸਕੇ ਸਰਕਾਰਾਂ ਦੇ, ਘਰੇ ਰੱਖੇ ਨਾ ਧੀ ਪੁੱਤ ਕੋਈ ਸਭ ਲਈ ਇਹ ਵੱਡਾ ਮਸਲਾ ਬਣ ਗਿਆ। ਮੈਂ ਕਿਹਾ ਸੁਪਨਾ ਪਾਲਿਆ ਤੇਰਾ ਪਿੰਡ ਮੁੜਨਾ ਸੁਪਨਾ ਬਣ ਗਿਆ। ਤੇਰੇ ਪਹੁੰਚਣ ਸਾਰ ਤੇਰੇ ਮਰਨੇ ਦੀ ਜਦ ਖਬਰ ਕੰਨੀ ਪਈ ਪੁੱਤਾ, ਫਿਰ ਬਿਲਕਦੇ ਫਿਰਦੇ ਮਾਪਿਆਂ ਲਈ ਸਿਕੰਦਰਾ ਕਿੱਥੋਂ ਸੌਂਦੀਆਂ ਨੇ ਰੁੱਤਾਂ, ਤੈਨੂੰ ਚਾਵਾਂ ਨਾਲ ਘੋੜੀ ਚਾੜਨ ਦਾ ਜ਼ਿੰਦਗੀ ਦਾ ਹੌਕਾ ਬਣ ਗਿਆ। ਮੈਂ ਕਿਹਾ ਸੁਪਨਾ ਪਾਲਿਆ ਸੀ ਤੇਰਾ ਪਿੰਡ ਮੁੜਨਾ ਸੁਪਨਾ ਬਣ ਗਿਆ। ਬਹੁਤ ਕੁਛ ਹੈ ਜੀ, ਬਹੁਤ ਤਬਦੀਲੀਆਂ ਜਦੋਂ ਆਉਂਦੀਆਂ ਜ਼ਿੰਦਗੀ 'ਚ ਆਪਾਂ ਦੇਖਦੇ ਹਾਂ ਆ ਕੇ ਨਾ। ਇਹ ਟਵਾਣਾ ਸਾਹਿਬ ਇੱਥੋਂ ਜੋ ਦੇਖਦੇ ਹੋ, ਜਿਵੇਂ ਇੱਕ ਵਾਰੀ ਉਹ ਟਿਕਟੌਕ ਜੀ ਸਾਹਮਣੇ ਭੁੱਲ ਗਿਆ ਤੇ ਉਹ ਕਹਿੰਦਾ ਬੇਬੇ ਉਹ ਕੱਪੜੇ ਤਾਂ ਕੱਢੇ ਨਹੀਂ ਜਿਹੜੇ ਆਉਣ ਜਾਣ ਵਾਲੇ ਸੀਗੇ, ਕਹਿੰਦਾ ਮੈਨੂੰ ਤਾਂ ਲੋੜ ਹੀ ਨਹੀਂ ਪੈਂਦੀ ਜੀ ਇੱਥੇ, ਹਨਾ। ਸਹੀ ਗੱਲ, ਉਹ ਤਾਂ ਇੱਥੇ ਹੀ ਪੈਂਦੀ ਹੈ ਜੀ, ਇੱਥੇ ਹੀ ਸਿਕੰਦਰ ਐਨਕਾਂ ਲਾ ਲੈਂਦਾ, ਇੱਥੇ ਤਾਂ ਐਨਕਾਂ ਕੀ ਘੱਟ ਵੀ ਨਹੀਂ ਲੱਗਦੀ। ਸਹੀ ਗੱਲ, ਮਿਹਰਬਾਨੀ ਥੈਂਕ ਯੂ ਜੀ। ਸੁਰਿੰਦਰ ਜੀ ਆਪਣੀ ਗੱਲਬਾਤ ਚੱਲ ਰਹੀ ਸੀ ਕਿ ਇਸ ਆਰਥਿਕ ਤਰੱਕੀ ਦੇ ਇੱਕ ਬਾਈ ਨੇ ਕਮੈਂਟ ਬਹੁਤ ਸੋਹਣਾ ਲਿਖਿਆ। ਸਵਰਨ ਸਿੰਘ ਬਹੁਤ ਸੋਹਣਾ ਕੋਟ ਲਿਖਦੇ ਨੇ, ਕਹਿੰਦੇ ਈਸਾਈ ਆਪਣੇ ਵਾਂਗੂ 4 ਇੰਚੀ ਪਾਈਪ ਦਾ ਸਲੈਂਸਰ ਨਹੀਂ ਲਾਉਂਦੇ ਹੋਣੇ ਟਰੈਕਟਰ ਤੇ। ਹਾਂ, ਉਹ ਮਤਲਬ ਇਹ ਜਿਹੜੀਆਂ ਕਮਿਊਨਿਟੀਜ਼ ਨੇ ਵੈਸੇ ਬੜੀਆਂ ਸਾਦੀਆਂ ਨੇ, ਭਾਵੇਂ ਉਹ ਬੋਧੀ ਹੈ ਭਾਵੇਂ ਈਸਾਈ ਹੈ, ਸਾਦੀਆਂ ਤੇ ਸੰਜੀਦਾ ਵੀ ਨੇ, ਹਨਾ, ਸਲੱਗ ਵੀ ਨੇ, ਇਹ ਗੱਲ ਮੰਨਣੀ ਪਏਗੀ। ਤੇ ਇਹਨਾਂ ਨੇ ਤਰੱਕੀ ਜ਼ਿਆਦਾ ਕੀਤੀ ਹੈ, ਇੱਕ ਇਹ ਵੀ ਕਾਰਨ ਤੁਸੀਂ ਸਮਝਦੇ ਹੋ, ਕਿਉਂਕਿ ਉਹਨਾਂ ਕੋਲ ਬਹੁਤੀਆਂ ਜ਼ਮੀਨਾਂ ਜਾਇਦਾਦਾਂ ਜਾਂ ਇਹ ਕਾਰਨ ਨਹੀਂ ਹੈ। ਤੇ ਇਸ ਭਾਈਚਾਰਿਆਂ ਦੀ ਤਰੱਕੀ ਦਾ ਕੀ ਕਾਰਨ ਵੇਖਦੇ ਹੋ? ਈਸਾਈ, ਬੋਧੀ, ਹਿੰਦੂ 11ਵੇਂ ਸਥਾਨ ਤੇ ਨੇ, ਹਾਲਾਂਕਿ ਮੋਦੀ ਸਾਹਿਬ ਹਿੰਦੂ ਰਾਸ਼ਟਰ ਦਾ ਰੌਲਾ ਪਾਈ ਜਾਂਦੇ ਨੇ, ਲੱਕੜ ਦੇ ਮੁੰਡੇ ਦੇਈ ਜਾਂਦੇ ਨੇ, ਤੇ ਤਰੱਕੀ ਦੇ ਮਾਮਲੇ 'ਚ ਸਿੱਖ ਬਹੁਤ ਪਛੜੇ ਨੇ 1%।
जी। शायद कॉल कट गई मेरे ख्याल उन्होंने ते सानू सपोर्ट किया है। वाशिंगटन फील्ड सर्विस ने सियाटल दे लोड ते ड्राइविंग की जॉब लिए हमेशा याद रखो वाशिंगटन फील्ड सर्विस तो जगदेव सिंह संधू होरां दा नंबर 253 266 6924 253 266 6924 ते गैरी धालीवाल दा नंबर 206 354 4060 206354 4060 नंबर है गैरी धालीवाल दा। सियाटल दे लोड डिस्पैच पंजाबी अंग्रेजी ते वधिया किराए भाड़े ने सियाटल दे वाधू लोड ने तुसीं संपर्क करना वाशिंगटन फील्ड सर्विस नूं। जी सुरेंद्र जी, वर्गां तो बाद जे अगर जातां विशेषां वल नूं आईए तां धर्म विशेष वल नूं आईए तां धर्म विशेष दे विच जिहड़ी तरक्की याफ्ता लोक ने वो साई मोहरैल ने, सारियां तो मोहरी ने, अव्वल ने। ते जिस सिलसिले विच सॉरी जैनी, हालांकि है बहुत घट ने क्योंकि जैनियां दे कारोबार वड्डे ने, ते इस सिलसिले विच ईसाई ने जिहड़े वो 13% ने, हिंदू 11% ने, बोधी 10 ने, मुस्लिम 8.5 ने ते सिख 1% ने। ये की कारण वेखदे हो जी? परमिंदर, जिथों तक सब तो वड्डी गल तुसीं जैनियां दी कीती, उन्हां दा तां सिस्टम बड़ा तकड़ा। तुसीं चंद्रा स्वामी तो लै चल के देख लो, सारे जैनी सीगे। वो वखरी गल आ, पंडितां वाले राह पै गया, बेसिकली ओहदा धंधा नहीं सीगा, पर अगले ने प्रधानमंत्री चलाया बह के। इस तो वड्डा धंधा हो सकदा? प्रधानमंत्री भी सवेरे शाम जादू टूने ओहदे तो कराउंदा सी। परमिंदर, उन्हां दे बिजनेस बड़े तकड़े आ। तरक्की दा मेन की हुंदा, हर बंदे दी एक उम्मीद हुंदी है कि यार वो तकड़े घर नाल मेरा रिश्ता जुड़ गया तो ठीक आ, मेरा मैं कामयाब हो जाऊं। हुण शहरी सिखां च की है, खास करके महाजनां च की है, दोवां तबकिਆਂ च एक चीज तां कॉमन है। उन्हां ने जिहड़ा रिश्तेदार लभ्या, उन्हां ने ਵਿਆਹਾਂ ਤੇ ਖਰਚਿਆਂ ਤੋਂ ਇਲਾਵਾ ਇੱਕ ਕੰਮ ਕਰਨਾ, ਕੈਸ਼ ਦੇਣਾ, ਉਹਨੂੰ ਕਹਿਣਾ ਕਾਕਾ ਆਪਣਾ ਬਿਜ਼ਨਸ ਸੈੱਟ ਕਰ सा। ਸ਼ਹਿਰੀ ਸਿੱਖ ਵੀ ਤੇ ਮਹਾਜਨ ਵੀ ਦੋਨੋਂ ਕਰਦੇ ਆ। ਉਹ ਜਿਹੜਾ ਬਿਜ਼ਨਸ ਸੈੱਟ ਕਰਾਉਂਦੇ ਆ, ਸਾਡੇ ਵਾਲੇ ਜਿਹੜੇ 50 ਲੱਖ ਜਾਂ ਕਰੋੜ ਫੂਕਦੇ ਆ, ਉਹ ਕਲਾਕਾਰ ਤੇ ਫੂਕ ਦੇਣਗੇ ਤੇ ਖਾਣ ਪੀਣ ਤੇ ਫੂਕ ਦੇਣਗੇ। ਫੂਕਦੇ ਆ, ਪੈਲਸ ਵਾਲੇ ਲੈ ਜਾਂਦੇ ਆ ਤੇ ਲਾਲਾ ਲਾਲਾ ਹੋ ਗਈ, ਅੱਧੇ ਕੋ ਪੀ ਕੇ ਲੇਟੇ ਹੁੰਦੇ। ਇਸ ਦੇ ਇਲਾਵਾ ਸਾਨੂੰ ਹੋਰ ਕੋਈ ਕੰਮ ਨਹੀਂ ਹੁੰਦੇ। ਜਾਂ ਵਿਆਹ ਤੋਂ ਪਹਿਲਾਂ ਕਾਰਡ ਵੰਡਣ ਤੇ ਕਾਰਡ ਨਾ ਭਾਜੀ, ਤੇ ਵਿਆਹ ਤੋਂ ਬਾਅਦ ਭਾਜੀਆਂ ਵੰਡਣ ਤੇ ਅਸੀਂ ਤੇ ਇਸ ਕੰਮ ਤੇ ਰਹਿੰਦੇ ਹਾਂ। ਹੋਰ ਤਾਂ ਅਸੀਂ ਉਹਦੇ ਤੋਂ ਬਾਹਰ ਨਿਕਲਣ ਦੀ ਅਸੀਂ ਕੋਸ਼ਿਸ਼ ਕੀਤੀ ਨਹੀਂ। ਲੇਕਿਨ ਸ਼ਹਿਰੀ ਸਿੱਖ ਤੇ ਮਹਾਜਨ, ਇਹ ਦੋਨਾਂ ਨੇ ਬਿਜ਼ਨਸ ਸਥਾਪਿਤ ਕੀਤੇ। ਇਸ ਕਰਕੇ ਪਰਮਿੰਦਰ, ਜਿਹੜੇ ਬੰਦੇ ਆਲਰੇਡੀ ਬਿਜ਼ਨਸ 'ਚ ਬੈਠੇ ਆ, ਉਹਨਾਂ ਦੇ ਰਾਈਜ਼ ਕਰਨ ਦਾ ਕਾਰਨ ਸਭ ਤੋਂ ਵੱਡਾ ਇਹ ਆ ਕਿ ਉਹ ਬਿਜ਼ਨਸਮੈਨ। ਉਹਨਾਂ ਨੂੰ ਜਿਹੜਾ ਰਿਸ਼ਤੇਦਾਰ ਮਿਲੇਗਾ, ਭਾਵੇਂ ਉਹ ਛੋਟਾ ਕਿਉਂ ਨਾ ਹੋਵੇ, ਜਦੋਂ ਵੱਡਿਆਂ ਨਾਲ ਉਹਦੇ ਹੱਥ ਮਿਲ ਗਏ ਤੇ ਉਹ ਕੁਦਰਤੀ ਆ ਕਿ ਉਹਦਾ ਬਿਜ਼ਨਸ ਆਪਣੇ ਆਪ ਵਧੇਗਾ। ਹੁਣ ਜਿਹੜਾ ਨੰਗ ਨੂੰ ਨੰਗ ਮਿਲਿਆ ਤੇ ਉੱਥੇ ਕੀ ਹੋਊਗਾ? ਤੇ ਨੰਗ ਤੇ ਨੰਗ ਦੋਨੋਂ ਆਪਸ ਦੇ ਵਿੱਚ ਟੱਕਰਾਂ ਹੀ ਮਾਰਨਗੇ ਨਾ। ਨਾ ਤਨ ਤੇ ਉਹਦੇ ਕੱਪੜੇ ਨਾ ਉਹਦੇ ਆ, ਤੇ ਦੋਨੋਂ ਸਿਰ ਹੀ ਪੜਵਾਉਣਗੇ। ਹੁਣ ਜਿਹੜਾ ਪੈਸੇ ਵਾਲੇ ਦਾ ਜੇ ਨੰਗ ਨਾਲ ਵੀ ਰਿਸ਼ਤਾ ਹੋ ਗਿਆ ਤਾਂ ਨੰਗ ਨੂੰ ਵੀ ਉਹਦਾ ਵੀ ਸਰੀਰ ਜਿਹੜਾ ਉਹ ਢੱਕ ਦੇਣਗੇ। ਸੋ ਪਰਮਿੰਦਰ, ਜਦੋਂ ਜਿਹੜੇ ਆਲਰੇਡੀ ਵੱਡੀਆਂ ਫਰਮਾਂ ਨੇ, ਇਹ ਜਿਹੜੀਆਂ ਨੇ, ਉਹ ਜਦੋਂ ਵੱਡੇ ਘਰਾਣੇ ਨੇ, ਉਹ ਬਿਜ਼ਨਸ 'ਚ ਬੈਠੇ ਆ ਤੇ ਉਹਨਾਂ ਨੇ ਬਾਕੀਆਂ ਨੂੰ ਬਿਜ਼ਨਸਮੈਨ ਬਣਾ ਲੈਣਾ। ਤੁਸੀਂ ਦੇਖੋ, ਕਦੀ ਦੇਖਿਆ ਮਹਾਜਨ ਕਰਜ਼ਾਈ ਹੋਇਆ? ਕਦੀ ਸ਼ਹਿਰੀ ਸਿੱਖ ਕਰਜ਼ਾਈ ਹੋਇਆ ਦੇਖਿਆ? ਕਿੰਨੀ ਕੋ ਦੁਕਾਨ ਹੁੰਦੀ ਆ, ਉਸੇ ਦੇ ਸਿਰ ਤੇ ਉਹ ਆਪਣਾ ਸੌਦਾ ਪੱਤਾ ਵੇਚ ਕੇ ਸ਼ਾਮ ਨੂੰ ਫਿਰ ਪ੍ਰੋਫਿਟ 'ਚ ਬੈਠਾ ਹੁੰਦਾ। ਤੇ ਜੱਟ ਦਾ ਪੁੱਤ 50 ਕਿੱਲਿਆਂ ਦਾ ਮਾਲਕ ਹੋਵੇ ਤੇ ਤਦ ਵੀ ਹਿਸਾਬ ਕਿਤਾਬ ਹੁੰਦਾ, ਕਹਿੰਦਾ 6 ਮਹੀਨਿਆਂ ਬਾਅਦ ਚੱਲ ਕੇ ਆੜਤੀਆਂ ਨਾਲ ਕਰਾਂਗੇ, ਕਿਹਦਾ ਦੇਣਾ ਫਿਰ ਦੇ ਦਿਆਂਗੇ। ਜੇ ਟਰੈਕਟਰ ਲੈਣਾ ਤਦ ਵੀ ਹੁੰਦਾ ਕਿ ਚਲੋ ਕੋਈ ਗੱਲ ਨਹੀਂ, ਔਖੇ ਸੌਖੇ ਜਿਹੜਾ ਵਾ ਉਹ ਬੈਂਕ ਤੋਂ ਲੋਨ ਲੈ ਲੈਂਦੇ। ਤੇ ਜੇ ਵਿਆਹ ਵਾ ਫੇਰ ਵੀ ਆੜਤੀਆਂ ਨੂੰ ਕਹਿਣਾ ਕਿ ਯਾਰ ਕੁਛ ਉਧਾਰੇ ਦੇ ਦੇ, ਮੈਂ ਅਗਲੇ ਤੇ ਦੇ ਦੂੰਗਾ। ਸੋ ਪਰਮਿੰਦਰ, ਅਸੀਂ ਕੁਝ ਖਰਚਿਆਂ ਨੂੰ ਕੰਟਰੋਲ ਨਹੀਂ ਕੀਤਾ, ਉਹ ਵੀ ਇੱਕ ਮੇਨ ਕਾਰਨ। ਦੂਸਰੀ ਗੱਲ ਕਿ ਸਾਡੇ ਵੱਡਾ ਡੁੱਬਣ ਦਾ ਕਾਰਨ ਜਿਹੜਾ ਉਹ ਇਹ ਵੀ ਆ ਕਿ ਅਸੀਂ ਜਿਹੜੇ ਧੰਦੇ 'ਚ ਪਏ ਆ, ਉਹ ਧੰਦਾ ਨਹੀਂ ਹੈ, ਉਹ ਜੂਆ
ਤੇ ਉਸ ਜੂਏ 'ਚ ਅਸੀਂ ਖੇਤੀ 'ਚ ਵਾਰ-ਵਾਰ ਹਾਰੇ ਹਾਂ। ਉਹ ਹਾਰਨ ਦਾ ਕਾਰਨ ਵੀ ਮੇਨ ਸਾਡੀ ਬਰਬਾਦੀ ਬਣਿਆ। ਪਰ ਆਪਾਂ ਇਹ ਹਾਰਨ ਦਾ ਕਾਰਨ ਅਸੀਂ ਮੰਨਦੇ ਹਾਂ। ਤਾਂ ਦੂਸਰੇ ਪਾਸੇ ਤੁਸੀਂ ਵੇਖੋ ਕਿ ਖੇਤੀ ਸੈਕਟਰ ਤੇ ਹੁਣ ਹਰ ਕਾਰਪੋਰੇਟ ਦੀ ਨਜ਼ਰ ਹੈ। ਬਿਲ ਗੇਟਸ ਦੁਨੀਆ ਦਾ ਸਭ ਤੋਂ ਵੱਡਾ ਫਾਰਮਰ ਬਣ ਗਿਆ ਹੈ ਨਾ, ਤੇ ਇਧਰ ਕਾਰਪੋਰੇਟ ਦੀ ਇੰਡੀਆ ਦੀ ਖੇਤੀ ਸੈਕਟਰ ਤੇ ਪੂਰੀ ਅੱਖ ਹੈ, ਕਿਉਂਕਿ ਇਹਦੇ 'ਚ GDP ਡਿੱਗਦੀ ਕਦੇ ਨਹੀਂ। ਸੋ ਇਹ ਕਾਰਨ ਇਸ ਦੇ ਵਿੱਚ ਹੈ। ਸੋ ਉਹ ਕਾਰਨ ਵੀ ਸਮਝ ਰਹੇ ਹੋਣਗੇ। ਸ਼ਾਇਦ ਅਸੀਂ ਖੇਤੀ ਨੂੰ ਗਲ ਪਿਆ ਢੋਲ ਨਾ ਸਮਝੀਏ। ਉੱਤਮ ਖੇਤੀ ਮੱਧਮ ਵਪਾਰ ਦੇ ਕਦੇ ਮਾਨੇ ਸੀ। ਗੁਰੂ ਨਾਨਕ ਸਾਹਿਬ ਨੇ ਕਿੱਤੇ ਨੂੰ ਵਰਸੋਇਆ। ਦੂਸਰੇ ਪਾਸੇ ਜੈਨ ਧਰਮ ਦੀ ਅਗਰ ਗੱਲ ਕਰੀਏ ਤਾਂ ਭਾਰਤ ਤੋਂ ਬਾਅਦ ਜਾਪਾਨ ਦੇ ਵਿੱਚ ਬਣ ਰਿਹਾ ਦੁਨੀਆ ਦਾ ਪਹਿਲਾ ਜੈਨ ਗੁਰੂ ਮੰਦਰ। ਜੈਨ ਆਚਾਰੀਆ ਜੈਨ ਸੈਨ ਸ਼ੁਰੇਸ਼ਵਰ, ਜਿਨ੍ਹਾਂ ਨੂੰ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਨੇ ਰਾਸ਼ਟਰ ਸੰਤ ਦੀ ਪਦਵੀ ਦਿੱਤੀ ਸੀ, ਤੇ ਇਸ ਸੰਬੰਧੀ 2016 ਦੇ ਵਿੱਚ ਉਹਨਾਂ ਦੀ ਮੌਤ ਹੋਈ ਸੀ। ਸੋ ਉਹਨਾਂ ਦੀ ਮੂਰਤੀ ਗਈ ਹੈ ਉੱਥੇ ਜਾਪਾਨ ਦੇ ਵਿੱਚ ਸੂਰਤ ਤੋਂ। ਇਹ ਜੈਨ ਸੰਘ ਦੇ 45 ਸਾਲਾ ਟਰਸਟੀ ਅਮਿਤ ਸ਼ਾਹ ਦੱਸਦੇ ਨੇ। ਮੇਰੇ ਖਿਆਲ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਨੇ, ਇਹ ਵੀ ਜੈਨੀ ਨੇ ਆਈ ਥਿੰਕ, ਜੋ ਉਹਨਾਂ ਦੇ ਨਾਂ ਤੋਂ ਲੱਗਦਾ ਹੈ। ਤੇ ਇਸ ਦੌਰਾਨ ਇਹ ਜਿਹੜਾ ਅਮਿਤ ਸ਼ਾਹ ਸੀਗਾ ਟਰਸਟੀ, ਉਸਨੇ ਦੱਸਿਆ ਕਿ ਇਹ ਮੂਰਤੀ ਜਿਹੜੀ ਸਪੈਸ਼ਲ ਜਹਾਜ਼ ਰਾਹੀਂ ਸੂਰਤ ਤੋਂ ਭੇਜੀ ਜਾ ਰਹੀ ਹੈ ਇਸ ਜੈਨ ਸੰਤ ਦੀ ਜਾਪਾਨ ਦੇ ਵਿੱਚ, ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਜੈਨ ਮੰਦਰ ਬਣਨਾ ਭਾਰਤ ਤੋਂ ਬਾਹਰ ਪਹਿਲੀ ਵਾਰੀ। ਤੇ ਉਸ ਨੂੰ ਸਪੈਸ਼ਲ ਇੱਕ ਸੀਟ ਤੇ ਲਿਜਾਇਆ ਗਿਆ ਕਿ ਇਹ ਮੂਰਤੀ ਸਾਖਸ਼ਾਤ ਗੁਰੂ ਭਗਵੰਤ ਦੀ ਹੈ ਇਹਨਾਂ ਦੀ, ਤੇ ਜਿਸ ਕਰਕੇ ਇਸ ਨੂੰ ਉੱਥੇ ਲਾ ਰਹੇ ਨੇ। ਸੋ ਦੁਨੀਆ ਦੇ ਵਿੱਚ ਤੋਂ ਬਾਹਰ ਇਹ ਜੈਨੀਆਂ ਦਾ ਸਭ ਤੋਂ ਪਹਿਲਾ ਵੱਡਾ ਮੰਦਰ ਜਾਪਾਨ 'ਚ ਬਣ ਰਿਹਾ। ਹਾਲਾਂਕਿ ਜੈਨ ਧਰਮ ਦੀ ਸਿੱਖਿਆ ਤੋਂ ਪ੍ਰੇਰਿਤ ਹੋ ਕੇ ਉੱਥੇ 2000 ਲੋਕਾਂ ਨੇ ਮਾਸ ਛੱਡਿਆ ਸੀ ਤੇ 6000 ਲੋਕ ਜਾਪਾਨ ਦੇ ਵਿੱਚ ਜੈਨ ਧਰਮ ਦੇ ਨਿਯਮ ਨੂੰ ਫਾਲੋ ਕਰਦੇ ਨੇ। ਅਸਲ ਦੇ ਵਿੱਚ ਜਾਪਾਨ ਤੋਂ ਇੱਕ ਟੂਰਿਸਟ ਆਏ ਸਨ ਤੇ ਉਹ ਇੰਡੀਆ ਘੁੰਮਣ ਆਏ, ਰਾਜਸਥਾਨ, ਕਿਉਂਕਿ ਬਹੁਤ ਜਾਂਦੇ ਆ ਟੂਰਿਸਟ। ਤੇ ਉੱਥੋਂ ਜਿਹੜੀ ਇਹ ਮਨੋਚਿਕਿਤਸਕ ਸੀਗੀ, ਮਾਨਸਿਕ ਰੋਗਾਂ ਦੀ ਮਾਹਰ ਸੀ, ਚਾਰੂਸੀ ਜਾਪਾਨੀ ਸੀ ਲੇਡੀ। ਇਹ ਭਾਰਤ ਆਈ ਯਾਤਰਾ ਦੇ ਦੌਰਾਨ ਟੂਰਿਸਟ ਗਾਈਡ ਨੇ ਇਸ ਜਾਪਾਨੀ ਡਾਕਟਰ ਚਾਰੂਸੀ ਨੂੰ ਆਚਾਰੀਆ ਜੈਨ ਸੈਨ ਸ਼ੁਰੇਸ਼ਵਰ ਦੇ ਨਾਲ ਮਿਲਾਇਆ ਤੇ ਉੱਥੋਂ ਉਹਨਾਂ ਨੇ ਮਾੜੀ ਮੋਟੀ ਦੀਕਸ਼ਾ ਲਈ। ਇਸੇ ਸੰਤ ਦੀ, ਰਾਸ਼ਟਰ ਸੰਤ ਦੀ ਮੂਰਤੀ ਜਿਹੜੀ ਹੈ ਸ਼ੁਰੇਸ਼ਵਰ ਦੀ, ਹੁਣ ਜਾਪਾਨ 'ਚ ਸਥਾਪਿਤ ਹੋ ਰਹੀ ਹੈ। ਉਸ ਨੇ ਉੱਥੇ ਜਾ ਕੇ ਜੈਨਿਜ਼ਮ ਦਾ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਨਾਲ ਜੋੜਿਆ, ਹਿੰਦੀ ਵੀ ਸਿੱਖੀ। ਸੋ ਇਹ ਆਚਾਰੀਆ ਡਾਕਟਰ ਚਾਰੂਸੀ ਜਿਹੜੀ ਪਹਿਲਾਂ ਜਾਪਾਨੀ ਸੀ, ਇਸ ਨੇ ਫਿਰ ਉੱਥੇ ਪ੍ਰਚਾਰ ਕੀਤਾ, ਕਿਉਂਕਿ ਜਾਪਾਨੀ ਬਹੁਤ ਸਾਰੇ ਬੁੱਧ ਵੀ ਨੇ। ਬੁੱਧ ਤੋਂ ਬਾਅਦ ਕਿਉਂਕਿ ਬੁੱਧ ਤੇ ਜੈਨ ਧਰਮ ਆਪਸ ਵਿੱਚ ਕਾਫੀ ਇਹਨਾਂ 'ਚ ਰਲੌਟ ਵੀ ਹੈ, ਰਲਦੇ ਮਿਲਦੇ ਨੇ। ਯਾਨੀ ਇਹ ਚੀਜ਼ਾਂ ਵੀ ਉੱਥੇ ਇੱਕ ਤਰੀਕੇ ਨਾਲ ਹੋ ਰਹੀਆਂ ਨੇ। ਦੂਸਰਾ, ਇਹਨਾਂ ਧਰਮਾਂ ਦੇ ਵਿੱਚ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ, ਭਾਵੇਂ ਈਸਾਈ ਹੈ, ਹਿੰਦੂ ਹੈ, ਜਾਂ ਬੋਧੀ ਨੇ, ਜਾਂ ਮੁਸਲਿਮ ਨੇ, ਇਹਨਾਂ 'ਚ ਸੰਜੀਦਗੀ ਜਾਂ ਖਰਚੇ ਪੱਖੋਂ ਇਹ ਹੱਥ ਵੀ ਬਹੁਤ ਘੁੱਟਦੇ ਨੇ। ਤੇ ਸਿੱਖ ਨੇ ਭਾਵੇਂ ਦਾਨ ਦੇਣਾ ਤੇ ਭਾਵੇਂ ਉਸਨੇ ਪਾਕਟ ਮਨੀ ਦੇਣੀ ਆ, ਉਹ ਥੋੜੇ ਜਿਹੇ ਜ਼ਿਆਦਾ ਖੁੱਲੇ ਵੀ ਚੱਲਦੇ ਨੇ। ਤੇ ਅੱਗੇ ਆਪਣੇ ਜਿਹੜੀ ਬਜ਼ੁਰਗਾਂ ਦੀ ਪੀੜ੍ਹੀ ਸੀ ਉਹ ਬੜੀ ਸੰਜਮੀ ਸੀ, ਆਪਣੇ ਤੱਕ ਕੰਮ ਠੀਕ ਸੀ। ਹੁਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਥੋੜੀ ਜਿਹੀ ਜ਼ਿਆਦਾ ਆਪ ਮੁਹਾਰੀ ਵੀ ਹੋ ਗਈ ਹੈ। ਸੋ ਪੈਸਾ ਬਚਾਉਣ ਵਾਲੀ ਗੱਲ, ਜਾਂ ਘਰ ਬਣਾਉਣਾ, ਜ਼ਮੀਨ ਖਰੀਦਣੀ, ਨਵੀਂ ਪੀੜ੍ਹੀ ਦੇ ਬੰਦੇ ਲਈ ਬਹੁਤ ਔਖਾ, ਤੇ ਨਾ ਉਹ ਇਸ ਬਾਰੇ ਸੋਚਦਾ। ਉਹਦਾ ਬਸ ਖਾਦਾ ਪੀਤਾ ਲਾਹੇ ਦਾ ਵਾਲਾ ਹੀ ਕੰਮ ਹੈ, ਮਿੱਤਰਾਂ ਦਾ ਨਾਂ ਹੀ ਚੱਲਦਾ ਹੈ। ਬ੍ਰਾਂਡਡ ਨੇ ਪੱਟ ਦਿੱਤੇ ਨੇ ਬਹੁਤੇ ਪੰਜਾਬੀ, ਖਾਸ ਕਰਕੇ ਸਿੱਖ। ਜੀ ਸੁਰਿੰਦਰ। ਪਰਮਿੰਦਰ, ਇਸ ਗੱਲ ਨਾਲ ਤਾਂ ਮੈਂ ਸਹਿਮਤ ਹਾਂ। ਦੇਖੋ ਗੱਲ ਇਹ ਆ ਕਿ ਹੁਣ ਭਾਵੇਂ ਜਿਵੇਂ ਮਰਜ਼ੀ ਖਰਚਾ ਕੀਤਾ, ਜਿੱਦਾਂ ਮਰਜ਼ੀ ਲੰਗਰ ਲਾਏ, ਜਿੱਦਾਂ ਮਰਜ਼ੀ ਰਸਦਾਂ ਪਚਾਈਆਂ, ਇੱਕ ਗੱਲ ਤਾਂ ਪੰਜਾਬੀਆਂ ਲਈ ਤੇ ਖਾਸ ਕਰ ਸਿੱਖਾਂ ਦੇ ਲਈ ਉੱਭਰ ਕੇ ਸਾਹਮਣੇ ਆਈ, ਚਾਹੇ ਉਹ ਹਰਿਆਣਾ ਸੀ ਚਾਹੇ ਪੰਜਾਬ ਸੀ, ਵੀ ਇਹ ਕੌਮ ਪਿੱਛੇ ਨਹੀਂ ਹਟਦੀ। ਸਰਕਾਰਾਂ ਦੀ ਮਤਲਬ ਉਡੀਕ ਹੀ ਨਹੀਂ ਕਰਦੀ, ਆਪਣੇ ਆਪ ਮੁਹਾਰੇ ਉੱਠ ਕੇ ਤੁਰ ਪੈਂਦੀ ਆ, ਤੇ ਵਾਕਿਆ ਤੁਰੀ ਵੀ ਆ, ਭਾਵੇਂ ਜਿੱਥੇ ਮਰਜ਼ੀ ਸੀ। ਕਿਹੜਾ ਵਿਅਕਤੀ ਆ ਇਹਨਾਂ ਦਿਨਾਂ 'ਚ ਜਿਹੜਾ 6-6 ਫੁੱਟ 8-8 10-10 ਫੁੱਟ ਪਾਣੀ 'ਚ ਜਾਂਦਾ? ਹਾਂ, ਪਰ ਉਹ ਤਾਂ ਦੇਖੋ ਹੈ। ਪਰ ਦੂਸਰਾ ਜੋ ਮੈਨੂੰ ਲੱਗਦਾ, ਕਿਉਂਕਿ ਇਹ ਸਰਵੇ ਦੇ ਵਿੱਚ ਜਿਹੜੇ ਇੱਥੇ ਇੰਡੀਆ ਰਹਿ ਗਏ ਲੋਕ ਨੇ, ਇਹ ਸਰਵੇ 'ਚ ਉਹੀ ਭਾਗ ਲੈਣਗੇ, ਕਿਉਂਕਿ ਸਿੱਖ ਵੱਡੇ ਪੱਧਰ ਤੇ ਪ੍ਰਵਾਸ ਵੀ ਕਰਦੇ ਨੇ। ਜਿਹੜੇ ਤਰੱਕੀ ਯਾਫਤਾ ਲੋਕ ਨੇ ਉਹ ਮਾਈਗ੍ਰੇਟ ਹੋ ਰਹੇ ਨੇ। ਇਹ ਵੀ ਇੱਕ ਮੈਂ ਸਮਝਦਾ ਕਿ ਇਸ ਦਾ ਕਾਰਨ ਹੈ। ਹੁਣ ਇੱਥੇ ਜਦੋਂ ਬਿਜ਼ਨਸ 'ਚ ਧਿਆਨ ਹੀ ਨਹੀਂ ਹੈਗਾ ਤੇ ਫਿਰ ਉਹ ਕਿਤੇ ਨਾ ਕਿਤੇ ਉੱਥੋਂ ਮਾਈਗ੍ਰੇਟ ਹੋ ਰਹੇ ਨੇ, ਜਿਸ ਸਿਲਸਿਲੇ ਦੇ ਵਿੱਚ ਅਸਲ ਜਿਹੜੀ ਕਰੀਮ ਹੈ, ਭਾਵੇਂ ਉਹ ਖਿਡਾਰੀ ਨੇ ਤੇ ਭਾਵੇਂ ਉਹ ਪੈਸੇ ਵਾਲੇ ਪਹੁੰਚ ਵਾਲੇ ਸਿੱਖ ਲੋਕ ਨੇ, ਉਹ ਸਾਰੇ ਮਾਈਗ੍ਰੇਟ ਹੋ ਰਹੇ ਨੇ। ਜਿੰਨੇ ਡਾਕਟਰ ਨੇ, ਈਵਨ ਨਵੀਂ ਪੀੜ੍ਹੀ 'ਚੋਂ ਵੀ ਕਈ ਡਾਕਟਰ ਨੇ ਜਿਹੜੇ ਯੂਥ ਡਾਕਟਰ ਹੈ ਸਾਡੇ
ਇੱਕ ਸਾਡੇ ਭਾਣਜਾ ਡਾਕਟਰ ਬਣਿਆ, ਉਹ ਵੀ ਕਹਿੰਦਾ ਮੈਂ ਇੱਥੇ ਰਹਿਣਾ ਨਹੀਂ। ਸੋ ਇੱਕ ਇਹ ਵੀ ਕਾਰਨ ਹੈ ਕਿ ਜਿਹੜੀ ਸਾਡੀ ਕਰੀਮ ਹੈ ਨਾ ਬ੍ਰੇਨ ਡਰੇਨ ਦੇ ਸਿਲਸਿਲੇ 'ਚ ਇੱਥੋਂ ਮਾਈਗ੍ਰੇਟ ਵੀ ਹੋ ਰਹੀ ਹੈ, ਉਹ ਫਿਰ ਇਸ ਅੰਕੜੇ 'ਚ ਆਉਣੇ ਨਹੀਂ। ਇਸ ਕਰਕੇ ਵੀ ਸਿੱਖਾਂ ਦੀ ਤਰੱਕੀ 'ਚ ਤਾਦਾਦ ਘਟੀ ਹੋਏਗੀ। ਡਾਕਟਰ ਮਲਕੀਤ ਸਿੰਘ ਪੱਟੀ ਤੋਂ ਜੁੜੇ ਨੇ। ਡਾਕਟਰ ਸਾਹਿਬ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ ਥਾਣਾ ਸਾਹਿਬ। ਸਤਿ ਸ਼੍ਰੀ ਅਕਾਲ ਥਾਣਾ ਸਾਹਿਬ। ਜਿਹੜੇ ਤੁਸੀਂ ਦੋ ਕਮਿਊਨਿਟੀਆਂ ਦਾ ਨਾਮ ਲਿਆ ਨਾ, ਜੈਨ ਤੇ ਬੋਧੀ, ਥਾਣਾ ਸਾਹਿਬ ਆਪਣੇ ਜਿਹੜੀਆਂ ਮਨ ਦੀਆਂ ਇੰਦਰੀਆਂ ਨਾ ਉਹਨਾਂ ਨੂੰ ਕਾਬੂ ਰੱਖਣਾ ਬੜਾ ਜਾਣਦੇ ਆ। ਹਾਂ, ਖਾਣ ਪਾਣ ਵੀ ਇਹਨਾਂ ਦਾ ਬਹੁਤ ਸੰਜਮੀ, ਖਾਣ ਪਾਣ ਇਹਨਾਂ ਦਾ ਬਹੁਤ ਵਧੀਆ, ਇਹਨਾਂ ਦਾ ਵੇ ਆਫ ਮੈਡੀਟੇਸ਼ਨ ਬਹੁਤ ਵਧੀਆ, ਇਹਨਾਂ ਲੋਕਾਂ ਦੀ ਸੰਜੀਦਗੀ, ਇਹਨਾਂ ਲੋਕਾਂ ਦਾ ਜਿਹੜਾ ਮਤਲਬ ਨਾ ਆਪਣਾ ਜਦ ਸਿੰਪਲ ਲਾਈਫ ਸਟਾਈਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹ ਜੇਕਰ ਮਤਲਬ ਇਹਨਾਂ ਦੀ ਦੁਕਾਨ ਫੇਲ ਹੁੰਦੀ ਹੈ ਨਾ, ਇਹਨਾਂ ਰੀਦੀ ਲਾ ਲੈਣੀ ਹੈ। ਜਿਵੇਂ ਨਾ ਸੱਚਾਂ ਦੀ ਕਰਜ਼ਾ ਚੁੱਕ ਕੇ ਦੁਕਾਨ ਹੋਰ ਵਧਾ ਲਈਏ, ਇਹਨਾਂ ਬੇਸ਼ੱਕ ਜਿਹੜੀ ਉੱਥੇ ਜਦੋਂ ਮੌਕਾ ਮਿਲਿਆ ਫਿਰ ਦੁਕਾਨ ਤੇ ਆ ਜਾਣਾ। ਸਾਡੇ ਲੋਕਾਂ ਨੇ ਨਾ, ਸਾਡੇ ਲੋਕਾਂ ਨੂੰ ਇਹ ਮੈਨੇਜ ਕਰਨਾ ਨਹੀਂ ਆਉਂਦਾ। ਹੁਣ ਜ਼ਿਮੀਂਦਾਰ ਨੇ 6 ਮਹੀਨੇ ਵਿਕਣਾ, ਕਣਕ ਹੋਵੇ ਚੰਗਾ ਹੋਵੇ, ਪੈਸਾ ਵਟਾ ਜ਼ਰੂਰਤ ਡੇਲੀ ਹੈ, ਉਹ ਡੇਲੀ ਉਹਨੇ ਕਿੱਥੋਂ ਜਾ ਉਧਾਰ ਲੈਣਾ ਜਾਂ ਕਰਜ਼ਾ ਲੈਣਾ। ਰੋਜ਼ਾਨਾ ਅਸੀਂ ਆਪਣਾ ਕੰਮ ਕਰਦੇ ਨਹੀਂ, ਜਾਂ ਅਸੀਂ ਵਿਖਾਵੇ ਜ਼ਿਆਦਾ ਕਰਨੇ, ਲੋੜ ਤੋਂ ਜ਼ਿਆਦਾ ਅਸੀਂ ਖਰਚਾ, ਜਿੰਨਾ ਪੈਸਾ ਆ ਗਿਆ ਅਸੀਂ ਖਰਚਾ ਵਾਲੇ ਬੰਨੇ ਦੇਣਾ, ਉਹਨਾਂ ਨੇ ਕਿਤੇ ਆਪਣੀ ਇਨਵੈਸਟਮੈਂਟ ਤੇ ਜਾਣਾ। ਫਿਰ ਆਪਾਂ ਕਿਸੇ ਦਿਨ ਸਾਈਕੋਲੋਜੀਕਲੀ, ਸਾਡੇ ਜੈਨੇਟਿਕਲੀ ਕੁਝ ਚੀਜ਼ਾਂ ਹੁੰਦੀਆਂ ਨੇ, ਕੁਝ ਧਰਮ ਤੋਂ ਵੀ ਸਿੱਖੀਆਂ ਹੁੰਦੀਆਂ ਨੇ, ਕੋਈ ਐਡੀ ਗੱਲ ਨਹੀਂ ਗੀ। ਤੇ ਉਹ ਫਿਰ ਆਪਾਂ ਕਿਸੇ ਦਿਨ ਲਾਵਾਂਗੇ 10 ਮਿੰਟ। ਹੁਣ ਤਾਂ ਮੈਂ ਥੋੜਾ ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ। ਦੂਸਰਾ ਪੱਖ ਇਹ ਵੀ ਹੈ ਕਿ ਭਾਈ ਸਿੱਖ ਹੈ ਜਿਹੜੀ ਗੁਰਮਤਿ ਦੇ ਮੁਤਾਬਕ ਉਹ ਮਾਇਆ ਨੂੰ ਬੜੀ ਤਵੱਜੋ ਨਹੀਂ ਦਿੰਦੇ, ਹਨਾ। ਪਾਪਾਂ ਬਾਝ ਨਾ ਇਕੱਠੀ ਹੁੰਦੀ, ਮੋਇਆ ਸਾਥ ਨਾ ਜਾਏ। ਸੋ ਮਾਇਆ ਵੀ ਤਰੱਕੀ ਨਾਲ ਸੰਬੰਧ ਰੱਖਦੀ ਹੈ, ਸ਼ਾਇਦ ਇਹ ਵੀ ਕਾਰਨ ਹੈਗਾ। ਖੈਰ ਕਈ ਸਾਰੇ ਕਾਰਨ ਇਸ ਦੇ ਵਿੱਚ ਸੁਰਿੰਦਰ ਜੀ ਬਣ ਰਹੇ ਨੇ, ਕਿਉਂਕਿ ਬਾਕੀ ਜਿਹੜੀਆਂ ਇਹ ਕਮਿਊਨਿਟੀਆਂ ਨੇ ਨਾ, ਇਹ ਸ਼ੋਅ ਆਫ ਬਹੁਤ ਘੱਟ ਕਰਦੀਆਂ ਨੇ, ਭਾਵੇਂ ਵਿਆਹ ਆ ਭਾਵੇਂ ਹੋਰ ਕੋਈ